ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਟਰੰਪ ਖਿਲਾਫ ਮਹਾਦੋਸ਼ ਦੀ ਸੰਵਿਧਾਨਿਕਤਾ ਤੇ ਸੈਨੇਟ ਨੇ ਲਗਾਈ ਮੋਹਰ। ਮਹਾਦੋਸ਼ ਦੀ ਸੁਣਵਾਈ ਤੋਂ ਪਹਿਲਾਂ ਟਰੰਪ ਦੇ ਵਕੀਲਾਂ ਨੇ ਦਿੱਤੀਆਂ ਦਲੀਲਾਂ। ਅਮਰੀਕਾ ਵੱਲੋਂ ਮਿਆਂਮਾਰ ਵਿੱਚ ਲੋਕਤੰਤਰੀ ਸਰਕਾਰ ਨੂੰ ਤਤਕਾਲ ਬਹਾਲ ਕਰਨ ਦੀ ਮੰਗ। ਕੈਨੇਡਾ ਵਿੱਚ ਜਲਦੀ ਹੀ ਮਿਲ ਸਕਦੀ ਹੈ ਐਸਟਰਾਜ਼ੇਨਕਾ ਕਰੋਨਾ ਟੀਕੇ ਦੀ ਵਰਤੋਂ ਲਈ ਮਨਜ਼ੂਰੀ। ਕੈਨੇਡੀਅਨ ਪੱਤਰਕਾਰਾਂ ਵੱਲੋਂ ਭਾਰਤੀ ਸਫਾਰਤਖਾਨੇ ਅੱਗੇ ਪ੍ਰਦਰਸ਼ਨ। ਚੀਨ ਨੇ US ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ। ਸਿਰਫ 10 ਦਿਨਾਂ ਵਿੱਚ ਮੰਗਲ ਗ੍ਰਹਿ ਤੇ ਪਹੁੰਚਣਗੀਆਂ 3 ਪੁਲਾੜ ਗੱਡੀਆਂ, ਲੱਭਣਗੀਆਂ ਜੀਵਨ ਦੇ ਸੰਕੇਤ। ਸਾਈਬਰ ਹਮਲੇ ਕਰਕੇ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰ ਕੀਤੇ ਅਪਡੇਟ। ਕਾਂਗਰਸ ਸੰਸਦ ਵਿੱਚ ਲਿਆਵੇਗੀ ਖੇਤੀ ਕਾਨੂੰਨਾਂ ਖਿਲਾਫ ਬਿੱਲ। ਰੇਡੀਓ ਹੋਸਟ ਸਰਦਾਰ ਹਰਨੇਕ ਸਿੰਘ ਉੱਤੇ ਹੋਏ ਹਮਲੇ 'ਚ ਗ੍ਰਿਫਤਾਰ 6 ਵਿਅਕਤੀਆਂ ਦੇ ਨਾਂ ਹੋਏ ਸੀ ਜਨਤਕ। ਅਗਲੀ ਸੁਣਵਾਈ 14 ਅਪ੍ਰੈਲ ਨੂੰ। ਕਿਸਾਨ ਅੰਦੋਲਨ ਦਾ ਅੱਜ 77ਵਾਂ ਦਿਨ। ਸਾਂਝਾ ਕਿਸਾਨ ਮੋਰਚਾ ਨੇ ਬੁਲਾਈ ਅਹਿਮ ਮੀਟਿੰਗ। ਦਿੱਲੀ ਪੁਲਿਸ ਵੱਲੋਂ ਕੀਤੇ ਗ੍ਰਿਫਤਾਰ ਦੀਪ ਸਿੱਧੂ ਨੂੰ 7 ਦਿਨਾਂ ਦਾ ਰਿਮਾਂਡ। ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ। ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਆਨਲਾਈਨ ਬੁੱਕ ਹੋਣਗੇ ਅਖੰਡ ਪਾਠ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਸੈਨੇਟ ਵਿੱਚ ਮਹਾਦੋਸ਼ ਦੀ ਕਾਰਵਾਈ ਦੀ ਸੰਵਿਧਾਨਿਕਤਾ ਤੇ ਹੋਈ VOTING ਵਿੱਚ 6 ਰਿਪਬਲਿਕਨ ਮੈਂਬਰਾਂ ਨੇ ਆਪਣੇ ਡੈਮੋਕ੍ਰੈਟਿਕ ਸਹਿਯੋਗੀਆਂ ਦਾ ਸਾਥ ਦਿੱਤਾ। ਸੈਨੇਟ ਨੇ ਟਰੰਪ ਖਿਲਾਫ ਮਹਾਦੋਸ਼ ਕਾਰਵਾਈ ਦੀ ਸੰਵਿਧਾਨਿਕਤਾ ਤੇ 44 ਦੇ ਮੁਕਾਬਲੇ 56 ਵੋਟਾਂ ਨਾਲ ਮੁਹਰ ਲਗਾਈ। ਇਸ ਦੇ ਨਾਲ ਹੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਤੇ ਮਹਾਦੋਸ਼ ਦੀ ਕਾਰਵਾਈ ਦੀ ਸੰਵਿਧਾਨਿਕਤਾ ਤੇ 44 ਮੁਕਾਬਲੇ 56 ਵੋਟਾਂ ਨਾਲ ਮੁਹਰ ਲਗਾਈ ਗਈ। ਇਸ ਦੇ ਨਾਲ ਹੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਤੇ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦਾ ਰਸਤਾ ਪੱਧਰਾ ਹੋ ਗਿਆ। ਮਹਾਦੋਸ਼ ਦੇ ਤਹਿਤ ਉਨ੍ਹਾਂ ਤੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ 6 ਜਨਵਰੀ ਨੂੰ ਅਮਰੀਕੀ ਕੈਪੀਟਲ ਵਿੱਚ ਦੰਗਾ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਦਲੀਲਾਂ ਰੱਖਣ ਦੀ ਪ੍ਰਕਿਰਿਆ ਬੁੱਧਵਾਰ ਤੋਂ ਦੋਹਾਂ ਪੱਖਾਂ ਨੂੰ 16-16 ਘੰਟੇ ਦਿੱਤੇ ਜਾਣਗੇ। ਇਸ ਮਗਰੋਂ 100 ਮੈਂਬਰੀ ਸੈਨੇਟ ਵਿੱਚ ਟਰੰਪ ਦੇ ਮਹਾਦੋਸ਼ ਤੇ VOTING ਹੋਵੇਗੀ। ਰਿਪਬਲਿਕਨ ਅਤੇ ਡੈਮੋਕ੍ਰੈਟਿਕ ਦੋਹਾਂ ਦਲਾਂ ਦੇ ਸਦਨ ਵਿੱਚ 50-50 ਮੈਂਬਰ ਹਨ। ਟਰੰਪ ਤੇ ਮਹਾਦੋਸ਼ ਚਲਾਉਣ ਲਈ ਸੈਨੇਟ ਨੂੰ ਇਸ ਪ੍ਰਸਤਾਵ ਨੂੰ 67 ਵੋਟਾਂ ਨਾਲ ਪਾਸ ਕਰਨਾ ਹੋਵੇਗਾ। ਸੈਨੇਟ ਨੇ ਸ਼ੁਰੂ ਵਿੱਚ ਟਰੰਪ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਵਿੱਚ ਮੰਗਲਵਾਰ ਨੂੰ 6 ਰਿਪਬਲਿਕਨ ਮੈਂਬਰਾਂ ਨੇ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦਿੱਤਾ। ਹੁਣ ਅੱਗੇ ਦੀ ਪ੍ਰਕਿਰਿਆ ਲਈ ਘੱਟੋ-ਘੱਟ 11 ਹੋਰ ਰਿਪਬਲਿਕਨ ਸਾਂਸਦਾਂ ਦੇ ਵੋਟ ਦੀ ਲੋੜ ਹੋਵੇਗੀ। ਰਿਪਬਲਿਕਨ ਸਾਂਸਦਾਂ ਸੁਸੇਨ ਕੋਲਿੰਸ, ਲੀਸਾ ਮੁਰਕੋਵਸਕੀ, ਮਿਟ ਰੋਮਨੀ, ਬੇਨ ਸਾਸੇ, ਬਿਲ ਕਾਸੀਡੇ ਅਤੇ ਪੈਟ ਟੋਮੀ ਨੇ ਡੈਮੋਕ੍ਰੇਟ ਸੰਸਦ ਦੇ ਨਾਲ VOTING ਕੀਤੀ। ਮਹਾਦੋਸ਼ ਦੀ ਕਾਰਵਾਈ ਬੁੱਧਵਾਰ ਦੁਪਹਿਰ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਸਿਰਫ 3 ਵਾਰ ਹੋਈ ਹੈ, ਜਿਸ ਵਿੱਚ ਐਂਡਰਿਊ ਜੌਨਸਨ, ਬਿਲ ਕਲਿੰਟਨ ਅਤੇ ਫਿਰ ਪਿਛਲੇ ਸਾਲ ਟਰੰਪ ਨੂੰ ਬਰੀ ਕਰ ਦਿੱਤਾ ਗਿਆ। ਟਰੰਪ ਖਿਲਾਫ ਦੂਜੀ ਵਾਰ ਮਹਾਦੋਸ਼ ਦੀ ਸੁਣਵਾਈ ਹੋ ਰਹੀ ਹੈ। ਉੱਥੇ ਟਰੰਪ ਮਹਾਦੋਸ਼ ਦੀ ਸੁਣਵਾਈ ਦੇ ਪਹਿਲੇ ਦਿਨ ਆਪਣੇ ਅਟਾਰਨੀ ਦੇ ਪ੍ਰਦਰਸ਼ਨ ਤੋਂ ਨਾਰਾਜ਼ ਹਨ। ਟਰੰਪ ਫਲੋਰੀਡਾ ਦੇ ਪਾਮ ਖੇਤਰ ਵਿੱਚ ਮਾਰ-ਆ-ਲਾਗੋ ਕਲੱਬ ਦੇ ਵਾਸ਼ਿੰਗਟਨ ਵਿੱਚ ਹੋ ਰਹੀ ਸੁਣਵਾਈ ਦਾ ਪ੍ਰਸਾਰਣ ਦੇਖ ਰਹੇ ਹਨ। ਟਰੰਪ ਦੇ ਸਹਿਯੋਗੀਆਂ ਨੇ ਵੀ ਵਕੀਲਾਂ ਤੇ ਆਪਣਾ ਗੁੱਸਾ ਜ਼ਾਹਿਰ ਕੀਤਾ। ਕੁਝ ਰਿਪਬਲਿਕਨ ਸਾਂਸਦਾਂ ਨੇ ਵੀ ਟਰੰਪ ਟੀਮ ਤੇ ਪ੍ਰਦਰਸ਼ਨ ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਟਰੰਪ ਤੇ ਮਹਾਦੋਸ਼ ਦੀ ਪਹਿਲੀ ਕਾਰਵਾਈ ਵੇਲੇ ਉਨ੍ਹਾਂ ਦੇ ਪੱਖ ਵਿੱਚ ਦਲੀਲਾਂ ਰੱਖਣ ਵਾਲੇ ਅਟਾਰਨੀ ਐਲਨ ਡੇਰਸ਼ੋਵਿਟਸ ਨੇ ਕਿਹਾ, ਕੋਈ ਬਹਿਸ ਨਹੀਂ ਹੋਈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਵਕੀਲ ਕੀ ਕਰ ਰਹੇ ਨੇ। ਟਰੰਪ ਦੇ ਸਾਬਕਾ ਕਾਰੋਬਾਰ ਸਲਾਹਕਾਰ ਪੀਟਰ ਨਵਾਰੋ ਨੇ ਵੀ ਸਾਬਕਾ ਰਾਸ਼ਟਰਪਤੀ ਤੋਂ ਆਪਣੀ ਕਾਨੂੰਨੀ ਟੀਮ ਨੂੰ ਹਟਾਉਣ ਅਤੇ ਸੁਣਵਾਈ ਤੋਂ ਪਹਿਲਾਂ ਦੂਜੇ ਵਕੀਲਾਂ ਨੂੰ ਪੈਰਵੀ ਕਰਨ ਵਾਲੀ ਟੀਮ ਵਿੱਚ ਰੱਖਣ ਦਾ ਸੁਝਾਅ ਦਿੱਤਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਹਾਦੋਸ਼ ਮਾਮਲੇ ਦੀ ਇਸ ਹਫ਼ਤੇ ਸੈਨੇਟ ਵਿੱਚ ਸੁਣਵਾਈ। ਮਹਾਦੋਸ਼ ਦੇ ਤਹਿਤ ਉਨ੍ਹਾਂ ਤੇ 6 ਜਨਵਰੀ ਨੂੰ ਅਮਰੀਕੀ ਕੈਪੀਟਲ ਵਿੱਚ ਦੰਗਾ ਭੜਕਾਉਣ ਦਾ ਦੋਸ਼ ਲਗਾਇਆ ਹੈ। ਟਰੰਪ ਦੇ ਵਕੀਲਾਂ ਨੇ ਸੋਮਵਾਰ ਨੂੰ 58 ਸਫ਼ਿਆਂ ਦੇ ਮੈਮੋਰੰਡਮ ਵਿੱਚ ਉਨ੍ਹਾਂ ਕਾਨੂੰਨੀ ਅਤੇ ਤਥਾਤਮਕ ਦਲੀਲਾਂ ਦਾ ਵੇਰਵਾ ਦਿੱਤਾ, ਜਿਨ੍ਹਾਂ ਨੂੰ ਉਹ ਸੁਣਵਾਈ ਦੌਰਾਨ ਦੇਣਾ ਚਾਹੁੰਦੇ ਨੇ। ਵਕੀਲਾਂ ਦੀ ਦਲੀਲ ਸੀ ਕਿ ਟਰੰਪ ਨੇ ਸਮਰਥਕਾਂ ਦੀ ਰੈਲੀ ਨੂੰ ਸੰਬੋਧਿਤ ਕਰਨ ਦੌਰਾਨ ਲੋਕਾਂ ਨੂੰ ਦੰਗੇ ਲਈ ਨਹੀਂ ਭੜਕਾਇਆ। ਬਚਾਅ ਪੱਖ ਦੇ ਵਕੀਲਾਂ ਨੇ ਦੋਸ਼ ਲਗਾਇਆ ਕਿ ਸਦਨ ਦੇ ਮਹਾਦੋਸ਼ ਪ੍ਰਬੰਧਕ 1 ਘੰਟਾ ਲੰਬੇ ਟਰੰਪ ਦੇ ਭਾਸ਼ਣ ਵਿੱਚੋਂ ਸਿਰਫ ਉਹਨਾਂ ਹਿੱਸਿਆਂ ਨੂੰ ਲਿਆ ਹੈ ਜੋ ਡੈਮੋਕ੍ਰੈਟਿਕ ਪਾਰਟੀ ਦੇ ਮਾਮਲੇ ਵਿੱਚ ਜ਼ਰੂਰੀ ਹਨ। ਵਕੀਲਾਂ ਨੇ ਰੇਖਾਂਕਿਤ ਕੀਤਾ ਕਿ ਟਰੰਪ ਨੇ ਬਾਰ-ਬਾਰ ਆਪਣੇ ਸਮਰਥਕਾਂ ਨੂੰ ਸ਼ਾਂਤੀਪੂਰਨ ਅਤੇ ਦੇਸ਼ ਭਗਤੀ ਢੰਗ ਨਾਲ ਆਪਣੀ ਆਵਾਜ਼ ਚੁੱਕਣ। ਉਹਨਾਂ ਨੇ ਦਲੀਲ ਦਿੱਤੀ ਕਿ ਟਰੰਪ ਦੀ ਇਹ ਟਿੱਪਣੀ, ਜੇਕਰ ਤੁਸੀਂ
ਜੀ ਜਾਨੋਂ ਨਹੀਂ ਲੜਦੇ ਤਾਂ ਤੁਸੀਂ ਇਹ ਦੇਸ਼ ਗਵਾਉਣ ਜਾ ਰਹੇ ਹੋ। ਚੋਣ ਸੁਰੱਖਿਆ ਦੇ ਸਧਾਰਨ ਪ੍ਰਸੰਗ ਵਿੱਚ ਕੀਤੀ ਗਈ, ਨਾ ਕਿ ਹਿੰਸਾ ਕਰਨ ਦੀ ਅਪੀਲ ਸੀ। ਵਕੀਲਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਪਹਿਲਾਂ ਹੀ 6 ਜਨਵਰੀ ਨੂੰ ਹਿੰਸਾ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਸੀ, ਲਿਹਾਜ਼ਾ ਟਰੰਪ ਖੁਦ ਹਿੰਸਾ ਲਈ ਉਕਸਾ ਸਕਦੇ ਸਨ। ਪਰ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਰੈਲੀ ਵਿੱਚ ਟਰੰਪ ਵੱਲੋਂ ਦਿੱਤੇ ਭਾਸ਼ਣ ਤੇ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ ਰਾਸ਼ਟਰਪਤੀ ਅਹੁਦੇ ਦੇ ਚੋਣ ਨਤੀਜਿਆਂ ਤੇ ਸਵਾਲ ਕਰਨ ਵਾਲੀਆਂ ਟਰੰਪ ਦੀਆਂ ਬੇਬੁਨਿਆਦ ਕੋਸ਼ਿਸ਼ਾਂ ਅਤੇ ਆਪਣੇ ਸਮਰਥਕਾਂ ਨੂੰ ਉਸ ਦਿਨ ਵਾਸ਼ਿੰਗਟਨ ਬੁਲਾਉਣ ਦੀ ਉਹਨਾਂ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਰਹੇ ਹੈ ਜਦੋਂ ਸੈਨੇਟ ਨੇ ਜੋ ਬਾਈਡਨ ਦੀ ਜਿੱਤ ਦੀ ਪੁਸ਼ਟੀ ਕਰਨੀ ਸੀ। ਫਿਲਹਾਲ ਟਰੰਪ ਦੇ ਵਕੀਲਾਂ ਦੀ ਇਹ ਦਲੀਲ ਵੀ ਹੈ ਕਿ ਉਹਨਾਂ ਨੂੰ ਸੰਵਿਧਾਨ ਦੀ ਪਹਿਲੀ ਸੇਧ ਦੇ ਤਹਿਤ ਸੁਰੱਖਿਆ ਮਿਲੀ ਹੋਈ ਸੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਟਰੰਪ ਤੇ ਮਹਾਦੋਸ਼ ਲਾਉਣਾ ਗੈਰ ਸੰਵਿਧਾਨਿਕ ਹੈ ਕਿਉਂਕਿ ਹੁਣ ਅਹੁਦੇ ਤੇ ਨਹੀਂ ਹਨ। ਵਕੀਲਾਂ ਦੀ ਦਲੀਲ ਹੈ ਕਿ ਸੰਵਿਧਾਨ ਸਧਾਰਨ ਨਾਗਰਿਕ ਖਿਲਾਫ ਮਹਾਦੋਸ਼ ਲਾਉਣ ਦੀ ਸ਼ਕਤੀ ਨਹੀਂ ਦਿੰਦਾ। ਵਕੀਲਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਦੋਸ਼ ਵਿੱਚ ਦੋਸ਼ੀ ਸਾਬਤ ਹੋਣ ਦੇ ਬਾਅਦ ਬਚਾਅ ਪੱਖ ਵੱਲੋਂ ਟਰੰਪ ਨੂੰ ਅਹੁਦੇ ਤੋਂ ਹਟਾਉਣਾ ਹੁੰਦਾ ਹੈ, ਪਰ ਟਰੰਪ ਹੁਣ ਵਾਈਟ ਹਾਊਸ ਵਿੱਚ ਨਹੀਂ। ਇਸ ਮੁਕੱਦਮੇ ਦਾ ਕੋਈ ਕਾਨੂੰਨੀ ਅਪਰਾਧ ਨਹੀਂ ਹੈ। ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਅਹੁਦੇ ਤੋਂ ਹਟਣ ਵਾਲੇ ਲੋਕਾਂ ਦੇ ਵਿਵਹਾਰ ਖਿਲਾਫ ਮਹਾਦੋਸ਼ ਲਾਉਣ ਦੀ ਇਤਿਹਾਸਿਕ ਉਦਾਹਰਨਾਂ ਨੇ ਜਿਨ੍ਹਾਂ ਨੇ ਅਹੁਦੇ ਤੇ ਰਹਿੰਦੇ ਕੁਝ ਵੀ ਗਲਤ ਕੀਤਾ ਹੈ, ਭਾਵੇਂ ਕਿ ਰਾਸ਼ਟਰਪਤੀ ਨੂੰ ਲੈ ਕੇ ਹੀ ਕਿਉਂ ਨਹੀਂ ਹੈ। ਟਰੰਪ ਦੇ ਵਕੀਲਾਂ ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਨੇ ਬਚਾਅ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜ਼ਿਕਰ ਕਰਨਗੇ। ਉਹਨਾਂ ਨੇ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਂਸੀ ਪੈਲੋਸੀ ਵੱਲੋਂ 2018 ਵਿੱਚ ਪੱਤਰਕਾਰ ਸੰਮੇਲਨ ਵਿੱਚ ਇਮੀਗ੍ਰੇਸ਼ਨ ਤੇ ਟਰੰਪ ਪ੍ਰਸ਼ਾਸਨ ਦੀ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਤੇ ਕੀਤੀਆਂ ਟਿੱਪਣੀਆਂ ਨੂੰ ਰੇਖਾਂਕਿਤ ਕੀਤਾ। ਪੈਲੋਸੀ ਨੇ ਕਿਹਾ ਸੀ ਕਿ ਮੈਂ ਨਹੀਂ ਜਾਣਦੀ ਹਾਂ ਕਿ ਦੇਸ਼ ਵਿੱਚ ਵਿਦਰੋਹ ਕਿਉਂ ਨਹੀਂ ਹੋ ਰਿਹਾ ਹੈ। ਅਮਰੀਕਾ ਨੇ ਮਿਆਂਮਾਰ ਵਿੱਚ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਨੂੰ ਤਤਕਾਲ ਅਤੇ ਪੂਰੀ ਤਰ੍ਹਾਂ ਨਾਲ ਬਹਾਲ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਅਮਰੀਕਾ ਇਸ ਏਸ਼ੀਆਈ ਦੇਸ਼ ਦੇ ਚੁਣੇ ਗਏ ਪ੍ਰਤੀਨਿਧੀਆਂ ਨਾਲ ਖੜਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਪੱਤਰਕਾਰਾਂ ਨੂੰ ਕਿਹਾ, ਇਹ ਕਹਿਣਾ ਠੀਕ ਹੈ ਕਿ ਅਸੀਂ ਮਿਆਂਮਾਰ ਦੇ ਲੋਕਾਂ ਦੇ ਨਵੇਂ ਚੁਣੇ ਗਏ ਪ੍ਰਤੀਨਿਧੀਆਂ ਨਾਲ ਦੇਸ਼ ਦੀ ਜਨਤਾ ਦੀ ਆਵਾਜ਼ ਉਠਾਉਣ ਦੀਆਂ ਕੋਸ਼ਿਸ਼ਾਂ ਵਿੱਚ ਉਹਨਾਂ ਦੇ ਨਾਲ ਖੜੇ ਹਾਂ। ਅਸੀਂ ਲੋਕਤੰਤਰੀ ਤਰੀਕੇ ਨਾਲ ਚੁਣੇ ਗਏ ਸਰਕਾਰ ਨੂੰ ਤਤਕਾਲ ਅਤੇ ਪੂਰੀ ਤਰ੍ਹਾਂ ਬਹਾਲ ਕਰਨ ਦੀ ਉਹਨਾਂ ਦੀ ਮੰਗ ਦੇ ਨਾਲ ਹਾਂ। ਉਹਨਾਂ ਨੇ ਕਿਹਾ, ਅਸੀਂ ਸ਼ਾਂਤੀਪੂਰਨ ਢੰਗ ਨਾਲ ਇੱਕ ਥਾਂ ਇਕੱਠੇ ਹੋਣ ਦੇ ਅਧਿਕਾਰ, ਜਿਸ ਵਿੱਚ ਲੋਕਤੰਤਰੀ ਤਰੀਕੇ ਨਾਲ ਚੁਣੇ ਸਰਕਾਰ ਦੇ ਪੱਖ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਸ਼ਾਮਲ ਹਨ ਅਤੇ ਸੁਤੰਤਰਤਾ ਸਣੇ ਮੰਗ ਕਰਨ ਦੇ ਅਧਿਕਾਰ, ਆਨਲਾਈਨ ਅਤੇ ਆਫਲਾਈਨ ਦੋਹਾਂ ਹੀ ਪ੍ਰਕਾਰ ਤੋਂ ਸੂਚਨਾ ਦੇਣ ਦੇ ਅਧਿਕਾਰ ਦੇ ਸਮਰਥਨ ਕਰਦੇ ਹਾਂ। ਜ਼ਿਕਰਯੋਗ ਹੈ ਕਿ ਮਿਆਂਮਾਰ ਦੀ ਫੌਜ ਨੇ ਪਿਛਲੇ ਹਫ਼ਤੇ ਦੇਸ਼ ਦੀ ਚੁਣੀ ਗਈ ਸਰਕਾਰ ਨੂੰ ਪ੍ਰਸਤੁਤ ਕਰਕੇ ਦੇਸ਼ ਦੇ ਆਪਣਾ ਕੰਟਰੋਲ ਕਰ ਲਿਆ ਤੇ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਫੌਜ ਦਾ ਦੋਸ਼ ਹੈ ਕਿ ਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਭ੍ਰਿਸ਼ਟਾਚਾਰ ਹੋਇਆ ਸੀ ਅਤੇ ਸਟੇਟ ਕਾਉਂਸਲਰ ਆਂਗ ਸਾਨ ਸੂ ਜੀ ਸਰਕਾਰ ਨੇ ਇਸ ਦੀ ਕੋਈ ਜਾਂਚ ਨਹੀਂ ਕਰਵਾਈ। ਦੇਸ਼ ਦੇ ਚੁਣੇ ਗਏ ਵਿਭਾਗ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਕੈਨੇਡਾ ਵਿੱਚ ਐਸਟਰਾਜ਼ੈਨੇਕਾ ਕੋਰੋਨਾ ਟੀਕੇ ਨੂੰ ਮਨਜ਼ੂਰੀ ਦੇਣ ਸੰਬੰਧੀ ਆਖਰੀ ਪੜਾਅ ਤੇ ਜਾਂਚ ਚੱਲ ਰਹੀ ਹੈ। ਇਸ ਸੰਬੰਧੀ ਕੰਮ ਚੱਲ ਰਿਹਾ ਹੈ ਤੇ ਲੈਬ ਵਿੱਚ ਟੈਸਟ ਹੋ ਰਹੇ ਨੇ। ਹੈਲਥ ਕੈਨੇਡਾ ਦੇ ਰੈਗੂਲੇਟਰੀ ਮਾਹਰਾਂ ਨੇ ਦੱਸਿਆ ਕਿ ਇਸ ਸੰਬੰਧੀ ਅਕਤੂਬਰ 2020 ਤੋਂ ਜਾਂਚ ਚੱਲ ਰਹੀ ਹੈ। ਇਸ ਤੇ ਟੀਕਿਆਂ ਨੂੰ ਬ੍ਰਿਟੇਨ, ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵੱਲੋਂ ਮਨਜ਼ੂਰੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿੱਚ ਫੈਲੇ ਕੋਰੋਨਾ ਦੇ ਨਵੇਂ ਵੈਰੀਐਂਟ ਤੇ ਇਸ ਦਾ ਪ੍ਰਭਾਵ ਨਹੀਂ ਪੈਂਦਾ, ਇਸ ਲਈ ਬਹੁਤ ਸਾਰੇ ਲੋਕ ਅਜੇ ਵੀ ਇਸ ਨੂੰ ਵਧੇਰੇ ਉਪਯੋਗੀ ਨਹੀਂ ਮੰਨ ਰਹੇ। ਜ਼ਿਕਰਯੋਗ ਹੈ ਕਿ ਕੈਨੇਡਾ ਐਸਟਰਾਜ਼ੈਨੇਕਾ ਦੀਆਂ 20 ਮਿਲੀਅਨ ਖੁਰਾਕਾਂ, ਜੌਨਸਨ ਐਂਡ ਜੌਨਸਨ ਵੈਕਸੀਨ ਦੀਆਂ 38 ਮਿਲੀਅਨ ਅਤੇ ਨੋਵੈਕਸ ਵੈਕਸੀਨ ਦੀਆਂ 76 ਮਿਲੀਅਨ ਖੁਰਾਕਾਂ ਪ੍ਰਾਪਤ ਕਰਨ ਲਈ ਸਮਝੌਤਾ ਕਰ ਚੁੱਕਾ ਹੈ। ਸਥਾਨਕ ਪੰਜਾਬੀ ਪ੍ਰੈਸ ਕਲੱਬ ਨਾਲ ਸੰਬੰਧਿਤ ਪੱਤਰਕਾਰਾਂ ਵੱਲੋਂ ਅੱਜ ਵੈਨਕੂਵਰ ਸਥਿਤ ਭਾਰਤੀ ਸਫਾਰਤਖਾਨੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਭਾਰਤ ਸਰਕਾਰ ਲਈ ਮੰਗ ਪੱਤਰ ਦੇਣਾ ਚਾਹਿਆ, ਪਰ ਦੂਤ ਕਰਦੇ ਅਮਲੇ ਵੱਲੋਂ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਪੱਤਰਕਾਰਾਂ ਦੀ ਮੰਗ ਸੀ ਕਿ ਭਾਰਤ ਵਿੱਚ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਨੂੰ ਬੰਦ ਕੀਤਾ ਜਾਵੇ ਅਤੇ ਸੱਚ ਲਿਖਣ ਵਾਲੇ ਪੱਤਰਕਾਰਾਂ ਖਿਲਾਫ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ। ਉਹਨਾਂ ਸਰਕਾਰ ਨੂੰ ਭਾਰਤੀ ਸੰਵਿਧਾਨ ਦਾ ਸਤਿਕਾਰ ਕੀਤੇ ਜਾਣ ਦਾ ਵੀ ਵਾਸਤਾ ਪਾਇਆ। ਪੱਤਰਕਾਰਾਂ ਨੇ ਰੋਸ ਵਿਖਾਵੇ ਤੋਂ ਪਹਿਲਾਂ ਬੀਤੇ ਦਿਨੀ ਫੌਤ ਹੋਏ ਚਰਨਪਾਲ ਸਿੰਘ ਗਿੱਲ ਨੂੰ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਰੱਖਿਆ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰੈਸ ਕਲੱਬ ਪ੍ਰਧਾਨ ਨਵਜੋਤ ਕੌਰ ਢਿੱਲੋਂ ਵੱਲੋਂ ਮੰਗ ਪੱਤਰ ਪੜ੍ਹਿਆ ਗਿਆ। ਉਹਨਾਂ ਕਿਹਾ ਕਿ ਭਾਰਤ ਸਰਕਾਰ ਪੱਤਰਕਾਰਾਂ ਦੇ ਸੱਚ ਨੂੰ ਦਬਾਉਣ ਵੇਲੇ ਔਰਤ ਪੱਤਰਕਾਰਾਂ ਦਾ ਵੀ ਲਿਹਾਜ਼ ਨਹੀਂ ਕਰ ਰਹੀ। ਰੈਲੀ ਨੂੰ ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਖੁਸ਼ਪਾਲ ਸਿੰਘ ਗਿੱਲ, ਬਖਸ਼ਿੰਦਰ ਸਿੰਘ, ਹਰਕੀਰਤ ਸਿੰਘ ਕੁਲਾਰ ਅਤੇ ਅਮਰਪਾਲ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਰਤੀ ਸਫਾਰਤਖਾਨੇ ਵੱਲੋਂ ਕੈਨੇਡਾ ਦੇ ਪੱਤਰਕਾਰਾਂ ਉੱਤੇ ਭਾਰਤ ਦਾਖਲੇ ਤੇ ਪਾਬੰਦੀਆਂ ਦੀਆਂ ਧਮਕੀਆਂ ਦੇ ਕੇ ਸੱਚ ਨੂੰ ਦਬਾਉਣ ਅਤੇ ਇੱਥੋਂ ਦੇ ਰੇਡੀਓ ਸਲਾਟ ਕਿਰਾਏ ਤੇ ਲੈ ਕੇ ਮੋਦੀ ਸਰਕਾਰ ਦੇ ਗੁਣਗਾਨ ਕਰਨ ਦੀ ਸਖਤ ਨਿਖੇਧੀ ਕੀਤੀ। ਇਸ ਪਾਸੇ ਲੋਕਾਂ ਦਾ ਧਿਆਨ ਦਿਵਾਉਣ ਲਈ ਕਿ ਕਿਵੇਂ ਦੁਨੀਆ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਵਾਲਾ ਜਿਹੜਾ ਮੁਲਕ ਆ, ਪੱਤਰਕਾਰਾਂ ਦੀ, ਐਕਟਿਵਿਸਟਾਂ ਦੀ, ਫ੍ਰੀ ਥਿੰਕਰਸ ਦੀ ਆਵਾਜ਼ ਨੂੰ ਦਬਾ ਰਿਹਾ, ਲੋਕਤੰਤਰ ਦੀ ਆੜ ਹੇਠਾਂ। ਵੈਸੇ ਸਿਲਸਿਲਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਪਰ ਕਿਸਾਨੀ ਅੰਦੋਲਨ ਦੌਰਾਨ ਜਿਨ੍ਹਾਂ ਲੋਕਾਂ ਨੇ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਖਿਲਾਫ ਪਰਚੇ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਤਾੜਨਾ
ਉਹਨਾਂ ਤੇ ਜ਼ਬਰ, ਇਹ ਸਾਰਾ ਕੁਝ ਬੜੇ ਪ੍ਰਤੱਖ ਰੂਪ 'ਚ ਨਜ਼ਰ ਆ ਰਿਹਾ ਹੈ ਔਰ ਦੁਨੀਆ ਵੇਖ ਰਹੀ ਹੈ ਔਰ ਪਰਵਾਹ ਵੀ ਨਹੀਂ ਸਰਕਾਰ ਨੂੰ। ਅੰਤਰਰਾਸ਼ਟਰੀ ਪੱਧਰ ਤੇ ਤੋਆ ਵੀ ਹੋਈ ਪਰ ਪਰਵਾਹ ਨਹੀਂ, ਉਲਟਾ ਆਪਣੇ ਵਿਕਾਊ ਕਲਾਕਾਰ ਮੂਹਰੇ ਕਰਕੇ ਇਹ ਜਤਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਦੇਸ਼ ਇਕੱਠਾ ਹੈ। ਏਕਤਾ ਕਰਨ ਵਾਲਾ ਢੋਲ ਵਜਾ ਕੇ ਦੁਬਾਰਾ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਐਮਰਜੈਂਸੀ ਦੇ ਹਾਲਾਤ ਦੁਹਰਾਏ ਜਾ ਰਹੇ ਨੇ, ਉਸ ਤੋਂ ਵੀ ਬੱਤਰ ਹਾਲਾਤ ਨੇ। ਸੋ ਅੱਜ ਅਸੀਂ ਇੱਥੇ ਆਏ ਹਾਂ ਆਪਣੀਆਂ ਕੋਈ ਮੰਗਾਂ ਲੈ ਕੇ। ਬਕਾਇਦਾ ਅਸੀਂ ਇੱਕ ਮੈਮੋਰੰਡਮ ਤਿਆਰ ਕੀਤਾ ਜਿਸ ਦੇ ਬਾਰੇ ਨਵਜੋਤ ਢਿੱਲੋਂ ਜੀ ਅੱਗੇ ਜਾ ਕੇ ਵਿਸਥਾਰਪੂਰਵਕ ਦੱਸਣਗੇ। ਇਹ ਮੈਮੋਰੰਡਮ ਅਸੀਂ ਮੈਂਬਰਾਂ ਵੱਲੋਂ ਸਾਈਨ ਕੀਤਾ ਹੋਇਆ, ਜਿਸ ਦੀ ਕਾਪੀ ਸਫੀਰਾਂ ਨੂੰ ਦਿੱਤੀ ਜਾਵੇਗੀ। ਪਰ ਸ਼ੁਰੂ ਵਿੱਚ 1 ਮਿੰਟ ਲਈ ਅਸੀਂ ਚੁੱਪੀ ਧਾਰਾਂਗੇ। ਚਰਨਪਾਲ ਗਿੱਲ ਦੀ ਯਾਦ ਦੇ ਵਿੱਚ ਸਾਡੇ ਭਾਈਚਾਰੇ ਦੇ ਇੱਕ ਉੱਘੇ ਆਗੂ ਸਨ, ਮਨੁੱਖਤਾ ਨੂੰ ਪਰਨਾਏ ਹੋਏ ਸਨ। ਖੇਤ ਕਾਮਿਆਂ ਲਈ ਉਹਨਾਂ ਨੇ ਕੰਮ ਕੀਤਾ, ਨਸਲਵਾਦ ਦੇ ਖਿਲਾਫ ਨਿੱਠ ਕੇ ਲੜਾਈ ਲੜੀ। ਉਹ ਸਾਡੇ ਵਿੱਚ ਨਹੀਂ ਰਹੇ। ਅਸੀਂ 1 ਮਿੰਟ ਲਈ ਚੁੱਪੀ ਧਾਰ ਕੇ ਉਹਨਾਂ ਨੂੰ ਯਾਦ ਕਰਾਂਗੇ। ਉਸ ਤੋਂ ਬਾਅਦ ਅਗਲੀ ਕਾਰਵਾਈ। ਤੁਸੀਂ ਦੇਖ ਸਕਦੇ ਹੋ ਕਿ ਮੇਰੇ ਹੱਥ 'ਚ ਇੱਕ ਪੋਸਟਰ ਹੈ। ਇਹ ਅਨੰਤ ਤੇਲ ਤੁੰਬੜੇ ਨੇ, ਜਿਹੜੇ ਬੜੇ ਵੱਡੇ ਕਾਲਮ ਨਵੀਸ ਨੇ। ਡਾਕਟਰ ਅੰਬੇਦਕਰ ਦੇ ਪੋਤ ਜਵਾਈ ਇਸ ਸਮੇਂ ਜੇਲ੍ਹ ਵਿੱਚ ਨੇ। ਕਸੂਰ ਕੀ ਹੈ ਕਿ ਸਰਕਾਰ ਨੂੰ ਉਹਨਾਂ ਨੇ ਕੁਐਸਚਨ ਕੀਤੇ, ਸਵਾਲ ਕੀਤੇ। ਵੈਨਕੂਵਰ ਵਿੱਚ ਵੀ ਆ ਚੁੱਕੇ ਨੇ। ਔਰ ਸਿੱਤਮ ਵਾਲੀ ਗੱਲ ਇਹ ਕਿ ਜਿੱਦਣ ਅੰਬੇਦਕਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ, ਨਰਿੰਦਰ ਮੋਦੀ ਅੰਬੇਦਕਰ ਨੂੰ ਨਤਮਸਤਕ ਹੋ ਰਿਹਾ ਸੀ, ਬਿਲਕੁਲ ਉਸ ਸਮੇਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਸੁੱਟਿਆ ਗਿਆ। ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ। ਇਹ ਤਾਂ ਹੋਈ ਇਸ ਕਾਲਮਨਿਸਟ ਦੀ ਕਹਾਣੀ ਜਿਹੜਾ ਜੇਲ੍ਹ 'ਚ ਬੈਠਾ। ਸਾਡੇ ਕੁਝ ਸਾਥੀਆਂ ਨੇ ਗੌਰੀ ਲੰਕੇਸ਼ ਦੇ ਪੋਸਟਰ ਵੀ ਚੱਕੇ ਹੋਏ ਆ। ਇੱਕ ਉੱਘੀ ਪੱਤਰਕਾਰ ਜਿਸ ਨੂੰ 2017 'ਚ ਕਤਲ ਕੀਤਾ ਗਿਆ, ਉਹਨਾਂ ਲੋਕਾਂ ਵੱਲੋਂ ਜਿਹੜੇ ਇਸ ਸਰਕਾਰ ਦੇ ਸਮਰਥਕ ਨੇ। ਉਹਨਾਂ ਵਿੱਚੋਂ ਕੁਝ ਇਹੋ ਜਿਹੇ ਨੇ ਜਿਨ੍ਹਾਂ ਨੇ ਉਸਦੇ ਮਰਨ ਦੀ ਖੁਸ਼ੀ ਮਨਾਈ ਔਰ ਨਰਿੰਦਰ ਮੋਦੀ ਬੜੀ ਬੇਸ਼ਰਮੀ ਨਾਲ ਟਵਿੱਟਰ ਤੇ ਉਹਨਾਂ ਲੋਕਾਂ ਨੂੰ ਫੋਲੋ ਵੀ ਕਰ ਰਿਹਾ। ਸੋ ਤੁਸੀਂ ਭਲੀ ਬਾਤ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਹਾਲਾਤ ਭਿਆਨਕ ਨੇ। ਪਿੱਛੇ ਜੇ ਮਨਦੀਪ ਸਿੰਘ ਪੂਨੀਆ ਨੂੰ ਫੜ ਕੇ ਜੇਲ੍ਹ ਸੁੱਟਿਆ ਗਿਆ, ਸਾਨੂੰ ਖੁਸ਼ੀ ਉਸ ਨੂੰ ਜ਼ਮਾਨਤ ਮਿਲੀ ਹੈ, ਪਰ ਲੜਾਈ ਅਜੇ ਮੁੱਕੀ ਨਹੀਂ ਹੈ। ਕਸ਼ਮੀਰ ਵਿੱਚ ਪੱਤਰਕਾਰਾਂ ਨੂੰ ਜ਼ੁਲਮ ਹੋ ਰਹੇ ਨੇ, ਛੱਤੀਸਗੜ੍ਹ 'ਚ ਜ਼ੁਲਮ ਹੋ ਰਹੇ ਨੇ ਔਰ ਬੁੱਧੀਜੀਵੀਆਂ ਦੇ ਉੱਤੇ ਵੱਖਰੇ ਰੂਪ 'ਚ ਹਮਲੇ ਹੋ ਰਹੇ ਨੇ। ਜਿਹੜੇ ਲੋਕ ਹੱਕ ਸੱਚ ਇਨਸਾਫ ਦੀ ਗੱਲ ਕਰਦੇ, ਚਾਹੇ ਨੌਦੀਪ ਕੌਰ ਹੋਵੇ, ਪ੍ਰੋਫੈਸਰ ਜੀ ਐਨ ਸਾਈ ਬਾਬਾ, ਸਭ ਨੂੰ ਜੇਲ੍ਹਾਂ ਸੁੱਟਿਆ ਜਾ ਰਿਹਾ। ਕਾਲੇ ਕਾਨੂੰਨ ਬਣਾ ਕੇ ਪੱਤਰਕਾਰਾਂ ਨੂੰ ਖੌਫਜ਼ਦਾ ਕੀਤਾ ਜਾ ਰਿਹਾ। ਅਸੀਂ ਇਸ ਕਰਕੇ ਇੱਥੇ ਦੁਹਾਈ ਪਾਉਣ ਲਈ ਇਕੱਤਰ ਹੋਏ ਹਾਂ। ਕੁਝ ਇਕਦਾਰਿਆਂ ਤੋਂ ਬਾਅਦ ਅਸੀਂ ਚਾਹਾਂਗੇ ਨਵਜੋਤ ਢਿੱਲੋਂ ਦੀ ਆ ਕੇ ਵਿਸਥਾਰਪੂਰਵਕ ਗੱਲਬਾਤ ਕਰਨ। ਇੱਕ ਤੇ ਹਮਲਾ, ਸਭ ਤੇ ਹਮਲਾ, ਇੱਕ ਤੇ ਹਮਲਾ, ਸਭ ਤੇ ਹਮਲਾ। ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ ਵਾਪਸ ਲਓ। ਗੌਰੀ ਤੇਰੀ ਸੋਚ ਤੇ, ਗੌਰੀ ਤੇਰੀ ਸੋਚ ਤੇ, ਗੌਰੀ ਤੇਰੀ ਸੋਚ ਤੇ। ਮੋਦੀ ਮੀਡੀਆ ਮੁਰਦਾਬਾਦ, ਮੋਦੀ ਮੀਡੀਆ ਮੁਰਦਾਬਾਦ, ਮੋਦੀ ਮੀਡੀਆ ਮੁਰਦਾਬਾਦ, ਮੋਦੀ ਮੀਡੀਆ ਮੁਰਦਾਬਾਦ। ਨਵਜੋਤ ਢਿੱਲੋਂ ਜੀ, ਸਾਨੂੰ ਬੜਾ ਮਾਣ ਹੈ, ਸਾਡੇ ਪ੍ਰੈਸ ਕਲੱਬ ਦੇ ਪ੍ਰਧਾਨ ਨੇ, ਪਹਿਲੀ ਇਸਤਰੀ ਪ੍ਰਧਾਨ ਸਾਡੇ ਇਸ ਕਲੱਬ ਦੀ। ਉਹ ਆ ਕੇ ਵਿਸਥਾਰਪੂਰਵਕ ਮੈਮੋਰੰਡਮ ਬਾਰੇ, ਹੋਰ ਸਾਰੇ ਮਸਲਿਆਂ ਬਾਰੇ ਗੱਲਬਾਤ ਕਰੇਗੀ। ਨਵਜੋਤ ਢਿੱਲੋਂ। ਸਾਰੇ ਮੀਡੀਆ ਦਾ ਬਹੁਤ-ਬਹੁਤ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਕਵਰੇਜ ਦੇ ਲਈ ਪਹੁੰਚੇ ਹੋ, ਸਾਡਾ ਸਾਥ ਦੇਣ ਪਹੁੰਚੇ ਹੋ। ਸਭ ਦਾ ਬਹੁਤ-ਬਹੁਤ ਧੰਨਵਾਦ। ਜਿੰਨੇ ਵੀ ਸਾਡੇ ਪ੍ਰੈਸ ਕਲੱਬ ਦੇ ਮੈਂਬਰ ਪਹੁੰਚ ਸਕੇ ਨੇ, ਉਹਨਾਂ ਵੱਲੋਂ ਅਸੀਂ ਇੱਕ ਮੈਮੋਰੈਂਡਮ ਤਿਆਰ ਕੀਤਾ। ਮੈਮੋਰੈਂਡਮ ਦੇ ਜਿਹੜੇ ਖਾਸ ਪੁਆਇੰਟਸ ਨੇ, ਬਾਕੀ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ ਹੈ ਗੁਰਪ੍ਰੀਤ ਸਿੰਘ ਹੋਣਾ ਨੇ, ਮੈਂ ਖਾਸ ਪੁਆਇੰਟਸ ਬਾਰੇ ਜ਼ਿਕਰ ਕਰਨਾ ਚਾਹੁੰਦੀ ਹਾਂ। ਉਹਦੇ ਵਿੱਚ ਇਹ ਹੈ ਕਿ ਅਸੀਂ ਪ੍ਰੈਸ ਕਲੱਬ ਦੇ ਸਾਰੇ ਜਿਹੜੇ ਮੈਂਬਰ ਆ, ਜੋ ਇਸ ਵੇਲੇ ਇੰਡੀਆ ਦੇ ਵਿੱਚ ਹੋ ਰਿਹਾ ਹੈ, ਜੋ ਜਰਨਲਿਸਟ ਦੀ ਉੱਥੇ ਹਾਲਤ ਹੋ ਰਹੀ ਹੈ, ਉਹਨਾਂ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਹਨਾਂ ਦੇ ਉੱਤੇ ਕੋਈ ਨਾ ਕੋਈ ਗਲਤ ਇਲਜ਼ਾਮ ਲਾ ਕੇ ਉਹਨਾਂ ਨੂੰ ਚੁੱਕ ਲਿਆ ਜਾਂਦਾ, ਕਈ ਤਰ੍ਹਾਂ ਦੇ ਕ੍ਰਿਮੀਨਲ ਚਾਰजेस ਲਾ ਕੇ। ਜਿਹਦੀ ਆਪਾਂ ਜਿਹੜੀ ਲੇਟੈਸਟ ਮਿਸਾਲ ਦੇਖੀ ਹੈ, ਧੱਕਾ ਕੀਤਾ ਗਿਆ ਮਨਦੀਪ ਪੂਨੀਆ ਦੇ ਨਾਲ, ਉਹਦੇ ਲਈ ਵੀ ਅਸੀਂ ਆਵਾਜ਼ ਬੁਲੰਦ ਕੀਤੀ ਸੀ। ਉਹ ਬੇਲ ਤੇ ਹੈ, ਅੱਜ ਮੇਰੀ ਵਿਸਥਾਰ ਦੇ ਵਿੱਚ ਗੱਲ ਵੀ ਹੋਏਗੀ ਉਹਦੇ ਨਾਲ। ਉਸ ਤੋਂ ਬਾਅਦ ਜ਼ਿਕਰ ਹੋ ਰਿਹਾ ਲਗਾਤਾਰ ਨੌਦੀਪ ਦਾ, ਬੇਸ਼ੱਕ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਪੱਤਰਕਾਰ ਹੈ ਜਾਂ ਨਹੀਂ, ਪਰ ਉਹਦੀ ਬੋਲਣ ਦੀ ਆਜ਼ਾਦੀ ਦੇ ਉੱਤੇ ਹਮਲਾ ਹੋਇਆ। ਉਹ ਲਿਖਦੀ ਹੈ, ਉਹ ਜ਼ਰੂਰ ਲਿਖਦੀ ਹੈ, ਪਰ ਉਹ ਆਮ ਲੋਕਾਂ ਦੀ ਆਵਾਜ਼ ਬਣਦੀ ਹੈ। ਆਵਾਜ਼ ਉਹਦੀ ਦੱਬਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤਰ੍ਹਾਂ ਦੇ ਗੰਭੀਰ ਚਾਰजेस ਲਾ ਕੇ ਉਹਨੂੰ ਅੰਦਰ ਕੀਤਾ ਗਿਆ ਤੇ ਉੱਥੇ ਜਿਸ ਢੰਗ ਦੇ ਨਾਲ ਉਹਦੇ ਉੱਤੇ ਤਸ਼ੱਦਦ ਕੀਤੇ ਜਾ ਰਹੇ ਆ, ਉਹ ਗੱਲ ਬਾਹਰ ਆ ਗਈ ਹੈ, ਪਰ ਹਾਲੇ ਤੱਕ ਉਹਨੂੰ ਰਾਹਤ ਨਹੀਂ ਦਿੱਤੀ ਗਈ। ਅਸੀਂ ਪ੍ਰੈਸ ਕਲੱਬ ਦੇ ਮੈਂਬਰਸ ਇਸ ਗੱਲ ਦੀ ਸਖਤ ਨਿੰਦਾ ਕਰਦੇ ਹਾਂ ਤੇ ਜਿਹੜੇ ਪੁਆਇੰਟਸ ਖਾਸ ਤੌਰ ਦੇ ਉੱਤੇ ਅਸੀਂ ਅੱਜ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ, ਭਾਰਤ ਸਰਕਾਰ ਦੇ, ਉਹਨਾਂ ਦੇ ਵਿੱਚ ਇਹ ਹੈ ਕਿ ਭਾਰਤ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਪ੍ਰੈਸ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਜਿਨ੍ਹਾਂ ਪੱਤਰਕਾਰਾਂ ਦੇ ਖਿਲਾਫ
ਝੂਠੇ ਇਲਜ਼ਾਮ ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ, ਉਹ ਝੂਠੇ ਇਲਜ਼ਾਮ ਵਾਪਸ ਲਏ ਜਾਣੇ ਚਾਹੀਦੇ ਆ। ਜਰਨਲਿਸਟ, ਕਾਲਮਨਿਸਟ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਤਾੜਿਆ ਗਿਆ ਹੈ, ਉਹਨਾਂ ਨੂੰ ਫ੍ਰੀ ਕੀਤਾ ਜਾਵੇ, ਉਹਨਾਂ ਨੂੰ ਆਜ਼ਾਦ ਕੀਤਾ ਜਾਵੇ। ਉਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਹਮੇਸ਼ਾ ਪ੍ਰੈਸ ਕਲੱਬ ਦੇ ਮੈਂਬਰਸ ਅਸੀਂ ਇੱਕ ਆਵਾਜ਼ ਕਰਕੇ ਹਮੇਸ਼ਾ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਪੱਤਰਕਾਰਾਂ ਦੇ ਨਾਲ ਧੱਕਾ ਹੋ ਰਿਹਾ ਹੈ ਜਾਂ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਹਮਲਾ ਹੁੰਦਾ ਹੈ, ਅਸੀਂ ਆਵਾਜ਼ ਉਠਾਉਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਵੀ ਪੱਤਰਕਾਰਾਂ ਦੇ ਜਿਹੜੇ ਹੱਕ ਨੇ ਉਹਨਾਂ ਦੀ ਰਾਖੀ ਕੀਤੀ ਜਾਵੇ, ਉਹਨਾਂ ਦੀ ਪ੍ਰੋਟੈਕਸ਼ਨ ਹੋਵੇ। Assembled members of the Punjabi Press Club and some from the mainstream media, as you are well aware that the freedom of the press is under a heavy attack in India, and it becomes the duty of all journalists across the world to make sure that wherever freedom of press is attacked, that we all stand together and we stand in unity with each and every one of the journalists or reporters or writers whenever and wherever they are attacked. Not only in India but even the outside the wide world. It's only if we stand united with one voice and say it will not be tolerated that democracies will flourish. So I call upon our mainstream media and elected officials, the BC Federation of Labour, the Canadian Labour Congress, Amnesty International and various human rights organizations to please come and condemn the jailing of journalists in India and anywhere in the world, so that governments in future and police in future think twice before they make fake FIRs and fake cases against journalists or dare to touch them. So today we have to stand. We are not standing here, we did not come here just that this is fun. It was after a lot of thought that I said, yes, it is time to rise up and to protest. This is not a fashion. This is not, what some might call as professional protest. This is because this is the need of the hour. So I call once again upon all the right-thinking people to rise against this and stand with the journalists and the reporters and all over the world and say, attack on one is an attack on all and it will not be tolerated. ਚੀਨ ਨੇ ਬਾਈਡਨ ਪ੍ਰਸ਼ਾਸਨ ਨਾਲ ਆਪਣੇ ਪਹਿਲੇ ਸੰਪਰਕ ਵਿੱਚ ਅਮਰੀਕਾ ਤੋਂ ਸਾਬਕਾ ਰਾਸ਼ਟਰਪਤੀ ਟਰੰਪ ਦੀ ਬੀਜਿੰਗ ਦੇ ਪ੍ਰਤੀ ਹਮਲਾਵਰ ਨੀਤੀਆਂ ਦੀਆਂ ਗਲਤੀਆਂ ਨੂੰ ਸੁਧਾਰਨ ਲਈ ਕਿਹਾ। ਨਾਲ ਹੀ ਚੀਨ ਨੇ ਕਿਹਾ ਕਿ ਅਮਰੀਕਾ ਨਾਲ ਉਸਦੇ ਸੰਬੰਧਾਂ ਵਿੱਚ ਤਾਇਵਾਨ ਸਭ ਤੋਂ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਮੁੱਦਾ ਹੈ। ਆਪਣੇ ਕਾਰਜਕਾਲ ਦੌਰਾਨ ਅਮਰੀਕਾ ਚੀਨ ਸੰਬੰਧਾਂ ਦੇ ਸਾਰੇ ਮੁੱਦਿਆਂ ਤੇ ਹਮਲਾਵਰ ਦੇ ਤੌਰ ਤੇ ਅੱਗੇ ਵਧ ਰਹੇ ਨੇ। ਇਨ੍ਹਾਂ ਮੁੱਦਿਆਂ 'ਚ ਵਪਾਰ, ਯੁੱਧ, ਵਿਵਾਦਤ ਦੱਖਣੀ ਚੀਨ ਸਾਗਰ ਤੇ ਚੀਨ ਦੇ ਦਾਅਵੇ ਨੂੰ ਚੁਣੌਤੀ ਦੇਣਾ, ਤਾਇਵਾਨ ਨੂੰ ਉਸਦੀ ਲਗਾਤਾਰ ਧਮਕੀ, ਸ਼ਿਨਚਿਆਂਗ ਵਿੱਚ ਉਈਗਰ ਮੁਸਲਮਾਨਾਂ ਨੂੰ ਹਿਰਾਸਤ 'ਚ ਰੱਖਣਾ, ਕੋਰੋਨਾ ਵਾਇਰਸ ਨੂੰ ਚੀਨ ਵਾਇਰਸ ਦੱਸਣਾ ਸ਼ਾਮਲ ਹੈ। ਅਮਰੀਕਾ ਦੇ ਨਵੇਂ ਨਿਯੁਕਤ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਸੀਨੀਅਰ ਚੀਨੀ ਡਿਪਲੋਮੈਟ ਜੀਏਚੀ ਨੇ ਫੋਨ ਤੇ ਗੱਲਬਾਤ ਦੌਰਾਨ ਉਨ੍ਹਾਂ ਮੁੱਦਿਆਂ ਤੇ ਚਰਚਾ ਕੀਤੀ ਜੋ ਅਗਲੇ 4 ਸਾਲਾਂ ਵਿੱਚ ਦੁਨੀਆ ਦੀਆਂ 2 ਚੋਟੀ ਦੀਆਂ ਅਰਥ ਵਿਵਸਥਾਵਾਂ ਦਰਮਿਆਨ ਸੰਬੰਧਾਂ ਨੂੰ ਆਕਾਰ ਦੇਣਗੇ। ਬਲਿੰਕਨ ਨੇयांग ਨੂੰ ਕਿਹਾ ਕਿ ਬਾਈਡਨ ਪ੍ਰਸ਼ਾਸਨ ਚੀਨ ਨੂੰ ਅੰਤਰਰਾਸ਼ਟਰੀ ਪ੍ਰਣਾਲੀ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ यांग ਤੋਂ ਪਹਿਲਾਂ ਸ਼ਿਨਚਿਆਂਗ, ਤਿੱਬਤ ਅਤੇ ਹਾਂਗਕਾਂਗ ਅਤੇ ਮਿਆਂਮਾਰ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦਾ ਮੁੱਦਾ ਚੁੱਕਿਆ। ਚੀਨੀ ਡਿਪਲੋਮੈਟ ਨੇ ਕਿਹਾ ਕਿ ਦੋਵਾਂ ਪੱਖਾਂ ਨੂੰ ਇੱਕ ਦੂਜੇ ਦੇ ਮੂਲ ਹਿੱਤਾਂ ਤੇ ਰਾਜਨੀਤਿਕ ਪ੍ਰਣਾਲੀ ਦੇ ਵਿਕਲਪਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਮੰਗਲ ਗ੍ਰਹਿ ਤੇ ਕਦੀ ਜੀਵਨ ਸੀ ਜਾਂ ਨਹੀਂ, ਇਸ ਦੀ ਪੁਸ਼ਟੀ ਕਰਨ ਲਈ ਜਲਦ ਹੀ 3 ਪੁਲਾੜ ਗੱਡੀਆਂ ਮੰਗਲ ਗ੍ਰਹਿ ਤੇ ਪਹੁੰਚਣ ਵਾਲੀਆਂ ਨੇ। ਇਸ ਮੁਹਿੰਮ ਵਿੱਚ ਸਭ ਤੋਂ ਪਹਿਲਾਂ UAE ਦਾ ਸੰਯੁਕਤ ਅਰਬ ਇਮੀਰਾਤ 9 ਫਰਵਰੀ ਨੂੰ ਮੰਗਲ ਗ੍ਰਹਿ ਤੇ ਪਹੁੰਚੇਗਾ। ਇਸ ਦੇ 24 ਘੰਟਿਆਂ ਬਾਅਦ ਚੀਨ ਦਾ ਆਰਬਿਟਰ ਰੋਵਰ ਕੋਂਬੋ ਮੰਗਲ ਗ੍ਰਹਿ ਤੇ ਕਦਮ ਰੱਖੇਗਾ। ਉੱਥੇ ਹੀ ਨਾਸਾ ਦਾ ਰੋਵਰ ਕਾਸਮਿਕ ਕੈਬੂਜੀ ਇਹਨਾਂ ਦੋਵਾਂ ਦੇਸ਼ਾਂ ਦੀਆਂ ਪੁਲਾੜ ਗੱਡੀਆਂ ਪਹੁੰਚਣ ਦੇ 1 ਹਫ਼ਤੇ ਬਾਅਦ ਯਾਨੀ 18 ਫਰਵਰੀ ਨੂੰ ਮੰਗਲ ਗ੍ਰਹਿ ਦੀ ਯਾਤਰਾ ਕਰੇਗਾ। ਕਬੀਲੇ ਗੌਰ ਹੈ ਕਿ ਸੰਯੁਕਤ ਅਰਬ ਇਮਰਾਤ ਤੇ ਚੀਨ ਦੀਆਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਮੁਹਿੰਮਾਂ ਅਸਫਲ ਰਹਿ ਚੁੱਕੀਆਂ ਨੇ। ਜੇਕਰ ਇਹ ਦੋਵੇਂ ਦੇਸ਼ ਆਪੋ ਆਪਣੀ ਇਸ ਮੁਹਿੰਮ ਵਿੱਚ ਸਫਲ ਹੋ ਜਾਂਦੇ ਨੇ ਤਾਂ ਮੰਗਲ ਦੀ ਯਾਤਰਾ ਕਰਨ ਵਾਲੇ ਦੇਸ਼ਾਂ ਦੇ UAE ਤੇ ਚੀਨ ਦਾ ਨਾਂ ਜੁੜ ਜਾਵੇਗਾ। ਮਈ ਤੱਕ ਚੀਨੀ ਪੁਲਾੜ ਗੱਡੀ ਤਿਆਨਵੇਨ ਇੱਕ ਰੇਵਰ ਤੇ ਅਰਬਿਕ ਮੰਗਲ ਦੇ 5-6 ਪਰਿਕਰਮਾ ਕਰਨਗੇ। ਨਾਲ ਹੀ ਮੰਗਲ ਦੇ ਉਤਰਨ ਲਈ ਢੁਕਵੀਂ ਜਗ੍ਹਾ ਦੀ ਤਲਾਸ਼ ਕਰਨਗੇ। ਸਹੀ ਜਗ੍ਹਾ ਮਿਲਣ ਤੋਂ ਬਾਅਦ ਧੂੜ ਭਰੀ ਸੁਰਖ ਲਾਲ ਸੱਤਾ ਤੇ ਉਤਰਨ ਲਈ ਰੋਵਰ
ਆਰਬਿਟਰ ਤੋਂ ਅਲੱਗ ਹੋ ਜਾਵੇਗਾ। ਜੇਕਰ ਚੀਨ ਇਸ ਮੁਹਿੰਮ ਵਿੱਚ ਸਫਲ ਹੋ ਜਾਂਦਾ ਹੈ ਤਾਂ ਉਹ ਮੰਗਲ ਤੇ ਉਤਰਨ ਵਾਲਾ ਦੂਸਰਾ ਦੇਸ਼ ਬਣ ਜਾਵੇਗਾ। ਕਾਬਿਲੇ ਗੌਰ ਹੈ ਕਿ ਹੁਣ ਤੱਕ ਸਿਰਫ ਅਮਰੀਕਾ ਨੇ ਹੀ ਲਾਲ ਗ੍ਰਹਿ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਪਾਬੰਦੀਆਂ ਨੂੰ ਦਰਕਿਨਾਰ ਕਰਕੇ ਆਪਣੇ ਪਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦਾ ਆਧੁਨਿਕੀਕਰਨ ਕੀਤਾ ਹੈ। ਇੰਨਾ ਹੀ ਨਹੀਂ, ਇਨ੍ਹਾਂ ਪ੍ਰੋਗਰਾਮਾਂ ਵਿੱਚ ਇਸਤੇਮਾਲ ਹੋਣ ਵਾਲੀ ਸਮੱਗਰੀ ਅਤੇ ਤਕਨੀਕ ਨੂੰ ਦੂਜੇ ਦੇਸ਼ਾਂ ਤੋਂ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਵਿੱਤੀ ਸੰਸਥਾਵਾਂ ਤੇ ਸਾਈਬਰ ਹਮਲੇ ਕਰਕੇ ਉਸਨੇ ਇਸ ਲਈ ਵੱਡਾ ਫੰਡ ਇਕੱਠਾ ਕੀਤਾ ਹੈ। ਉੱਤਰੀ ਕੋਰੀਆ ਤੇ ਲਗਾਈਆਂ ਗਈਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਨਿਗਰਾਨੀ ਕਰਨ ਵਾਲੇ ਮਾਹਿਰਾਂ ਦੀ ਇੱਕ ਟੀਮ ਨੇ ਸੋਮਵਾਰ ਨੂੰ ਸੁਰੱਖਿਆ ਪਰਿਸ਼ਦ ਨੂੰ ਸੌਂਪੀ ਗਈ ਰਿਪੋਰਟ ਵਿੱਚ ਕਿਹਾ ਕਿ ਪਿਓਗਯਾਂਗ ਨੇ 2019 ਤੋਂ ਨਵੰਬਰ 2020 ਤੱਕ $316.4 ਮਿਲੀਅਨ ਮੁੱਲ ਦੀ ਸੰਪਤੀ ਚੋਰੀ ਕੀਤੀ। ਪੈਨਲ ਨੇ ਕਿਹਾ ਕਿ ਜਾਂਚ ਵਿੱਚ ਇਸ ਗੱਲ ਦਾ ਵੀ ਪਤਾ ਚੱਲਿਆ ਹੈ ਕਿ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਫੰਡ ਮੁਹੱਈਆ ਕਰਵਾਉਣ ਲਈ ਉੱਤਰੀ ਕੋਰੀਆ ਨਾਲ ਜੁੜੇ ਸਾਈਬਰ ਹਮਲਾਵਰਾਂ ਨੇ ਵਿੱਤੀ ਸੰਸਥਾਵਾਂ ਅਤੇ ਵਰਚੁਅਲ ਕਰੰਸੀ ਐਕਸਚੇਂਜ ਖਿਲਾਫ ਆਪਣੀ ਮੁਹਿੰਮ ਜਾਰੀ ਰੱਖੀ। ਕਿਮ ਜੋਂਗ ਉਨ੍ਹਾਂ ਦੀ ਸਰਕਾਰ ਨੇ ਅਜਿਹੀ ਸਮੱਗਰੀ ਦਾ ਨਿਰਮਾਣ ਵੀ ਕਰ ਲਿਆ ਜਿਸ ਨਾਲ ਪਰਮਾਣੂ ਹਥਿਆਰ ਬਣਾਇਆ ਜਾ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਉਸਨੇ ਘੱਟ ਦੂਰੀ ਦੀਆਂ ਨਵੀਆਂ ਮਿਜ਼ਾਈਲਾਂ, ਮੱਧਮ ਦੂਰੀ ਦੀਆਂ ਪਣਡੁੱਬੀ ਨਾਲ ਮਾਰ ਕਰਨ ਲਾਇਕ ਅਤੇ ਅੰਤਰ ਮਹਾਦੀਪ ਬੈਲਿਸਟਿਕ ਮਿਜ਼ਾਈਲਾਂ ਦਾ ਫੌਜੀ ਪਰੇਡ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਉਸਨੇ ਨਵੇਂ ਬੈਲਿਸਟਿਕ ਮਿਜ਼ਾਈਲ ਵਾਰਹੈਡ ਅਤੇ ਰਣਨੀਤਿਕ ਪਰਮਾਣੂ ਹਥਿਆਰਾਂ ਦੇ ਵਿਕਾਸ ਦੇ ਤਜਰਬੇ ਅਤੇ ਨਿਰਮਾਣ ਦਾ ਐਲਾਨ ਕੀਤਾ ਅਤੇ ਬੈਲਿਸਟਿਕ ਮਿਜ਼ਾਈਲ ਇਨਫਰਾਸਟ੍ਰਕਚਰ ਦਾ ਨਵੀਨੀਕਰਨ ਕੀਤਾ। ਪੰਜਾਬ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੋਕ ਸਭਾ ਵਿੱਚ ਪ੍ਰਾਈਵੇਟ ਮੈਂਬਰਸ ਬਿੱਲ ਲਿਆਂਦਾ ਜਾਵੇਗਾ। ਪਟਿਆਲਾ ਤੋਂ ਸੰਸਦ ਮੈਂਬਰ ਪੁਨੀਤ ਕੌਰ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਮਨਸੂਖ ਕਰਵਾਉਣ ਲਈ ਇਹ ਤਜਵੀਜ਼ ਲਿਆਂਦੀ ਜਾਵੇਗੀ। ਇੱਥੇ ਪੰਜਾਬ ਭਵਨ ਵਿੱਚ ਪੰਜਾਬ ਦੇ ਹੋਰ ਕਾਂਗਰਸੀ ਸੰਸਦ ਮੈਂਬਰਾਂ ਨਾਲ ਮਿਲ ਕੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੁਨੀਤ ਕੌਰ ਨੇ ਕਿਹਾ ਕਿ ਉਹ ਸਾਰੀ ਲੋਕ ਸਭਾ ਦੇ ਸਪੀਕਰਾਂ ਨੂੰ ਮਿਲ ਕੇ ਬੇਨਤੀ ਕਰਨਗੇ ਕਿ ਉਹ ਰਿਪਬਲਿਕਨ ਐਂਡ ਅਮੈਂਡਿੰਗ ਐਕਟ 2021 ਲਿਆਉਣ ਅਤੇ ਇਸ ਉੱਪਰ ਚਰਚਾ ਕਰਨ ਦੀ ਪਹਿਲ ਦੇ ਅਧਿਕਾਰ ਤੇ ਮਨਜ਼ੂਰੀ ਦਿੱਤੀ ਜਾਵੇ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਉਮੀਦ ਜਤਾਈ ਕਿ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਖੇਤੀ ਕਾਨੂੰਨ ਰੱਦ ਲਈ ਐਕਟ ਪਾਸ ਕੀਤਾ ਹੈ, ਉਸੇ ਤਰ੍ਹਾਂ ਇਸ ਬਿੱਲ ਨੂੰ ਹੋਰ ਮੈਂਬਰਾਂ ਦਾ ਸਹਿਯੋਗ ਵੀ ਮਿਲੇਗਾ ਅਤੇ ਇਹ ਸੰਸਦ ਵਿੱਚ ਪਾਸ ਹੋ ਜਾਵੇਗਾ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਸੰਵਿਧਾਨਕ ਕਦਰਾਂ ਕੀਮਤਾਂ ਤੇ ਮਾਨਵਤਾ ਨੂੰ ਖਤਮ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਕਿਹਾ, ਸਾਡਾ ਸੰਵਿਧਾਨ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਬਣਾਇਆ ਗਿਆ ਸੀ। ਇਹ ਬਿੱਲ ਇਸ ਲਈ ਲਿਆਂਦਾ ਜਾ ਰਿਹਾ ਹੈ ਤਾਂ ਜੋ ਸਾਡੇ ਸੰਵਿਧਾਨ ਨੂੰ ਕੁਚਲਿਆ ਨਾ ਜਾ ਸਕੇ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਦਿੱਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਹਮਾਇਤ ਦੇਣ ਅਤੇ ਉਨ੍ਹਾਂ ਦੇ ਹੱਕਾਂ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਵੀ ਦਿੱਲੀ ਵਿੱਚ ਧਰਨਾ ਦਿੱਤਾ ਹੋਇਆ ਹੈ, ਪਰ ਕੇਂਦਰ ਸਰਕਾਰ ਕਿਸਾਨਾਂ ਨੂੰ ਅਣਗੌਲਿਆਂ ਕਰਦਿਆਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਵੀ ਅੰਨੀ ਅਤੇ ਬੋਲੀ ਬਣੀ ਹੋਈ ਹੈ। ਰਾਜ ਸਭਾ ਵਿੱਚ ਅਜਿਹਾ ਬਿੱਲ ਲਿਆਉਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਉੱਪਰਲੇ ਸਦਨ ਦੇ ਮੈਂਬਰਾਂ ਨੂੰ ਇਹ ਬਿੱਲ ਲਿਆਉਣ ਦੀ ਬੇਨਤੀ ਕਰਨਗੇ। ਨਿਊਜ਼ੀਲੈਂਡ ਦੇ ਰੇਡੀਓ ਹੋਸਟ ਅਤੇ ਪੰਥਕ ਮਾਮਲਿਆਂ ਉੱਤੇ ਆਪਣੇ ਵਿਚਾਰ ਚਰਚਾਵਾਂ ਨਾਲ ਰਹਿਣ ਵਾਲੇ ਹਰਨੇਕ ਸਿੰਘ ਉੱਤੇ ਬੀਤੀ 23 ਦਸੰਬਰ ਨੂੰ ਬਾਟਲ ਡਾਊਨਸ ਖੇਤਰ ਵਿਖੇ ਉਹਨਾਂ ਦੇ ਘਰ ਦੇ ਬਾਹਰ ਹਮਲਾ ਹੋ ਗਿਆ ਸੀ। ਉਸ ਵੇਲੇ ਉਹ ਘਰ ਪਰਤ ਰਹੇ ਸਨ। ਪੁਲਿਸ ਨੂੰ ਕਾਫੀ ਲੰਬਾ ਸਮਾਂ ਦੋਸ਼ੀਆਂ ਦੀ ਭਾਲ ਵਿੱਚ ਲੱਗਾ। ਆਖਰ ਇਸ ਸੰਬੰਧ ਵਿੱਚ ਪੁਲਿਸ ਨੇ 21 ਜਨਵਰੀ 2021 ਨੂੰ ਪਹਿਲਾਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇੱਕ ਹੋਰ 6ਵੇਂ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਸੀ। ਇਹਨਾਂ ਦੋਸ਼ੀਆਂ ਉੱਤੇ ਇਰਾਦਾ ਕਤਲੇ ਦੋਸ਼ ਲਗਾਏ ਗਏ ਸਨ। ਮੈਨੂਕਾਓ ਜ਼ਿਲ੍ਹਾ ਅਦਾਲਤ ਵੱਲੋਂ ਪਹਿਲਾਂ ਇਹਨਾਂ ਦੇ ਨਾਂ ਗੁਪਤ ਰੱਖੇ ਗਏ ਸਨ, ਪਰ ਅੱਜ ਹਾਈ ਕੋਰਟ ਆਕਲੈਂਡ ਦੇ ਵਿੱਚ ਹੋਈ ਪੇਸ਼ੀ ਦੇ ਵਿੱਚ ਇਹ ਨਾਂ ਜਨਤਕ ਕਰ ਦਿੱਤੇ ਗਏ। ਪਰ ਇੱਕ ਦੋਸ਼ੀ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਨਾਮ ਗੁਪਤ ਰੱਖਣ ਅਤੇ ਤਸਵੀਰ ਆਦਿ ਮੀਡੀਆ ਵਿੱਚ ਦੇਣ ਸੰਬੰਧੀ ਨੋਟਿਸ ਨਹੀਂ ਮਿਲਿਆ, ਇਸ ਕਰਕੇ ਨਾਂ ਅਜੇ ਜਨਤਕ ਨਾ ਕੀਤੇ ਜਾਣ। ਮਾਣਯੋਗ ਜੱਜ ਸਾਹਿਬ ਨੇ ਇਸ ਦੇ ਸੰਬੰਧ ਵਿੱਚ 24 ਘੰਟੇ ਦਾ ਸਮਾਂ ਦਿੱਤਾ, ਸੋ ਹੁਣ ਕਾਨੂੰਨੀ ਤੌਰ ਤੇ ਇਹ ਨਾਂ ਕੱਲ ਮੀਡੀਆ ਵਿੱਚ ਜਾਰੀ ਕੀਤੇ ਜਾ ਸਕਦੇ ਨੇ। ਇਸ ਸੰਬੰਧੀ ਦੋਸ਼ੀ ਦੇ ਵਕੀਲ ਸਰਦਾਰ ਰਣਵੀਰ ਸਿੰਘ ਸੰਧੂ ਹੋਰਾਂ ਕੋਲੋਂ ਵੀ ਜਾਣਕਾਰੀ ਲਈ ਗਈ ਅਤੇ ਉਹਨਾਂ ਕਿਹਾ ਕਿ ਸਾਰੇ ਦੋਸ਼ੀਆਂ ਦੇ ਨਾਂ ਕੱਲ ਤੱਕ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ। ਵਰਣਨਯੋਗ ਹੈ ਕਿ ਅੰਗਰੇਜ਼ੀ ਅਖਬਾਰ ਨੇ ਇਸ ਸੰਬੰਧੀ ਨਾਂ ਛਾਪ ਦਿੱਤੇ ਹਨ। ਮਾਣਯੋਗ ਜੱਜ ਸਾਹਿਬਾਨ ਮੂਰੇ ਨੇ ਦੱਸਿਆ ਕਿ ਸਾਰੇ ਮੁਸਲਿਮਾਂ ਨੂੰ ਆਪਣੇ ਆਪ ਨੂੰ ਦੋਸ਼ੀ ਨਾ ਹੋਣ ਦੀ ਅਪੀਲ ਨੂੰ ਬਰਾਬਰ ਬਣਾਈ ਰੱਖਿਆ ਹੈ। ਬਚਾਓ ਪੱਖ ਦੇ ਵਕੀਲਾਂ ਨੇ ਵੀ ਸਮੂਹਿਕ ਰੂਪ ਵਿੱਚ ਇਸ਼ਾਰਾ ਕੀਤਾ ਕਿ ਮੁਲਜ਼ਮ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਦੇ ਹਨ। ਜੱਜ ਮੂਰੇ ਨੇ ਅਗਲੇ ਸਾਲ 28 ਫਰਵਰੀ ਨੂੰ ਟ੍ਰਾਇਲ ਵਾਸਤੇ 4 ਹਫ਼ਤੇ ਦਾ ਸਮਾਂ ਨਿਯੁਕਤ ਕਰ ਦਿੱਤਾ। ਇਹਨਾਂ ਦੋਸ਼ੀਆਂ ਦੀ ਅਗਲੀ ਸੁਣਵਾਈ 14 ਅਪ੍ਰੈਲ 2021 ਨੂੰ ਹਾਈ ਕੋਰਟ ਆਕਲੈਂਡ ਦੇ ਵਿੱਚ ਹੋਵੇਗੀ। ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ 77ਵਾਂ ਦਿਨ ਹੈ। ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰ ਰਹੇ ਨੇ। ਸਾਂਝਾ ਕਿਸਾਨ ਮੋਰਚਾ ਅੱਜ ਬੁੱਧਵਾਰ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਕੀਤੀ। ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਸਮੂਹ ਸੰਗਠਨਾਂ ਦੇ ਲੀਡਰਾਂ ਨੇ ਹਿੱਸਾ ਲਿਆ। ਇਸ ਵਿੱਚ ਸਰਕਾਰ ਉੱਪਰ ਦਬਾਅ ਬਣਾਉਣ ਲਈ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਰਣਨੀਤੀ ਬਣਾਈ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਕਿਸੇ ਵੀ ਦਬਾਅ ਵਿੱਚ ਆ ਕੇ ਸਰਕਾਰ ਨਾਲ ਗੱਲਬਾਤ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ਤੇ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੇ
ਫਸਲਾਂ ਦੀ MSP ਤੇ ਖਰੀਦ ਦੀ ਕਾਨੂੰਨੀ ਗਰੰਟੀ ਦਿੱਤੇ ਜਾਣ ਦੀ ਆਪਣੀ ਮੰਗ ਤੇ ਵੀ ਕਾਇਮ ਹਨ। ਟਿਕੈਤ ਨੇ ਸਾਫ਼ ਕਰ ਦਿੱਤਾ ਕਿ ਇਹਨਾਂ ਮੰਗਾਂ ਦੀ ਪੂਰਤੀ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। गणतंत्र दिवस मौके किसानों की ट्रैक्टर परेड दौरान किले ते हुई हिंसा के मामले में नामजद अदाकार दीप सिद्धू नूं दिल्ली पुलिस की विशेष टीम ने गिरफ्तार कर लिया, जिस तो बाद उसनूं 30,000 कोट की मैट्रोपोलीटन मैजिस्ट्रेट प्रज्ञा गुप्ता की अदालत में पेश किया गया ते अदालत ने दीप सिद्धू नूं 7 दिन की पुलिस हिरासत में भेज दिता। अदालत वालों 7 दिनों का रिमांड देने तो बाद पुलिस ने अदालत नूं कहा कि अगे भी दीप सिद्धू के रिमांड की जरूरत हो सकती है, क्योंकि पुलिस ने उसके सोशल मीडिया की पड़ताल भी करनी है और जांच के मामले में उसनूं पंजाब और हरियाणा भी लैके जाना है। अदालत में पुलिस ने दीप सिद्धू के 10 दिनों लिए पुलिस रिमांड की मांग की, जबकि उसके वकील वालों पुलिस हिरासत की मांग का विरोध करते हुए कहा गया कि रिमांड की जरूरत नहीं है। पेशी तो पहले अदालत के बाहर बोले सोनेहाल के जयकारे भी लाए गए। इस दौरान दीप सिद्धू के समर्थन में आए लोगों और कुछ वकीलों विचकार तिखी बहस भी हुई। दिल्ली पुलिस के DCP संजीव कुमार यादव ने दस्सिया कि दीप सिद्धू नूं पुलिस के विशेष सैल की टीम ने करनाल बाईपास तो सोमवार रात 10:40 ते गिरफ्तार किया। उन्होंने दस्सिया कि अपराध शाखा उसकी भूमिका की जांच करेगी। इस पिछों पूछे जाने ते कि वह गणतंत्र दिवस मौके हुई हिंसा के बाद कित्थे लुकिया होया सी, उन्होंने कहा कि इसकी जांच की जा रही है। पुलिस ने दीप सिद्धू की गिरफ्तारी लिए 1 लाख रुपए का इनाम ऐलानिया सी। पुलिस सूत्रों ने दस्सिया कि दीप सिद्धू कैलीफोर्निया विच रहिंदी एक औरत के संपर्क विच सी। वो अपनी वीडियो बना के उसनूं भेजदा सी, जो उसनूं उसके फेसबुक अकाउंट ते अपलोड करदी सी। दीप सिद्धू गिरफ्तारी तो बचने लिए लगातार अपने ठिकाने बदल रहा सी। पुलिस मुताबक स्पैशल सैल ने बिहार, मुंबई, रांची, हिमाचल प्रदेश ते पंजाब विच लगातार छापामारी की सी, तद जाके दीप सिद्धू की गिरफ्तारी हो सकी। पुलिस मुताबक 26 जनवरी तो बाद दीप सिद्धू पंजाब, हरियाणा, यूपी, हिमाचल ते लुकिया होया सी। इस मामले विच एक होर दोषी सुखदेव सिंह नूं अदालत ने 19 फरवरी तक न्यायिक हिरासत विच भेजिया है। सिख श्रद्धालुओं ਲਈ ਚੰਗੀ ਖਬਰ ਹੈ, ਹੁਣ ਅੰਮ੍ਰਿਤਸਰ ਵਿਖੇ ਹਰਮਿੰਦਰ ਸਾਹਿਬ ਵਿੱਚ ਅਖੰਡ ਪਾਠ ਆਨਲਾਈਨ ਬੁੱਕ ਕਰਵਾ ਸਕਦੇ ਹਨ, ਜਿਸ ਨਾਲ ਉਹ ਘਰ ਬੈਠੇ ਪਾਠ ਦੀ ਬੁਕਿੰਗ ਕਰਵਾ ਸਕਦੇ ਨੇ। ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਅਖੰਡ ਪਾਠ ਲਈ ਇੱਕ ਆਨਲਾਈਨ ਬੁਕਿੰਗ ਦੀ ਸੁਵਿਧਾ ਸ਼ੁਰੂ ਕੀਤੀ ਹੈ। ਪਹਿਲਾਂ ਅਖੰਡ ਪਾਠ ਲਈ ਸਿਰਫ ਮੈਨੂਅਲ ਬੁਕਿੰਗ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਸੀ। ਹੁਣ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੁਆਰਾ ਇੱਕ ਨਵੀਂ ਵੈਬਸਾਈਟ ਲਾਂਚ ਕੀਤੀ ਗਈ, ਜਿਸ ਨੇ ਅਖੰਡ ਪਾਠ ਸਾਹਿਬ ਦੀ ਆਨਲਾਈਨ ਬੁਕਿੰਗ ਲਈ ਇੱਕ ਵਿਸ਼ੇਸ਼ ਪ੍ਰਬੰਧ ਰੱਖਣ ਤੇ ਜ਼ੋਰ ਦਿੱਤਾ। ਸ਼੍ਰੋਮਣੀ ਕਮੇਟੀ ਪਹਿਲਾਂ ਹੀ ਸੰਗਤਾਂ ਲਈ ਹਰਮਿੰਦਰ ਸਾਹਿਬ ਦੇ ਅਹਾਤੇ ਤੇ ਸਰਾਏ ਵਿਖੇ ਕਮਰੇ ਬੁੱਕ ਕਰਵਾਉਣ ਲਈ ਇੱਕ ਆਨਲਾਈਨ ਸਹੂਲਤ ਚਲਾ ਰਹੀ ਸੀ, ਪਰ ਹੁਣ ਨਵੀਂ ਵੈਬਸਾਈਟ ਤੇ ਅਖੰਡ ਪਾਠ ਸਾਹਿਬ ਬੁੱਕ ਕਰਨਾ ਵੀ ਸੰਭਵ ਹੋ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਬਰੁਣ ਕੌਰ ਮਾਨੂ ਦੀ ਆਗਿਆ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA